ਸਤਿ ਸ਼੍ਰੀ ਅਕਾਲ, ਨਮਸਕਾਰ ਸਾਰਿਆਂ ਨੂੰ। ਚੇਤਨ ਭਾਰਤ ਲਰਨਿੰਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤਾਂ ਮੈਨੂੰ ਉਮੀਦ ਹੈ ਕਿ ਸਾਰਿਆਂ ਦੀ ਤਿਆਰੀ ਬਹੁਤ ਵਧੀਆ ਚੱਲ ਰਹੀ ਹੋਏਗੀ ਤੇ ਪਿਛਲੇ ਜੋ ਸਾਡੇ ਟੌਪਿਕ ਸੀ ਉਹ ਤੁਸੀਂ ਬਹੁਤ ਵਧੀਆ ਤਰ੍ਹਾਂ ਕਵਰ ਕਰ ਲਏ ਹੋਣਗੇ, ਉਹਨਾਂ ਦੀ ਪ੍ਰੈਕਟਿਸ ਵੀ ਕਰ ਲਈ ਹੋਏਗੀ। ਯੋਜਕ ਅਤੇ ਸੰਬੰਧਕ ਅਸੀਂ ਪਿਛਲੀ ਕਲਾਸ ਦੇ ਵਿੱਚ ਕੀਤਾ ਸੀ, ਤਾਂ ਮੈਨੂੰ ਉਮੀਦ ਹੈ ਕਿ ਤੁਸੀਂ ਅੱਛੀ ਤਰ੍ਹਾਂ ਉਹ ਪੜ੍ਹ ਲਏ ਹੋਣਗੇ, ਕਿਉਂਕਿ ਅੱਜ ਦੀ ਕਲਾਸ ਦੇ ਵਿੱਚ ਜੋ ਸਾਡਾ ਟੌਪਿਕ ਹੈ ਉਸ ਦੇ ਵਿੱਚ ਸਾਨੂੰ ਸੰਬੰਧਕ ਦੀ ਅੱਛੀ ਤਰ੍ਹਾਂ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ। ਕਿਉਂਕਿ ਜੇ ਤੁਸੀਂ ਉਹ ਨਹੀਂ ਪੜ੍ਹਿਆ ਤਾਂ ਮੇਰੀ ਰਿਕੁਐਸਟ ਹੈ, ਮੇਰੀ ਬੇਨਤੀ ਹੈ ਕਿ ਤੁਸੀਂ ਪਹਿਲਾਂ ਉਹ ਵਾਲੀ ਕਲਾਸ ਜਾ ਕੇ ਲਗਾ ਲਓ, ਤਾਂ ਉਸ ਤੋਂ ਬਾਅਦ ਤੁਸੀਂ ਇਹ ਕਲਾਸ ਦੇਖਣੀ ਹੈ, ਕਿਉਂਕਿ ਉਸ ਤੋਂ ਪੜ੍ਹੇ ਬਿਨਾਂ ਹੋ ਸਕਦਾ ਕਿ ਥੋੜ੍ਹੀ ਜਿਹੀ ਇਸ ਦੇ ਵਿੱਚ ਕਨਫਿਊਜ਼ਨ ਹੋ ਜਾਏ, ਤਾਂ ਉਹ ਅਸੀਂ ਨਹੀਂ ਚਾਹਾਂਗੇ। ਤਾਂ ਇਸ ਲਈ ਤੁਸੀਂ ਪਿਛਲੀਆਂ ਕਲਾਸਿਸ ਨੂੰ ਚੰਗੀ ਤਰ੍ਹਾਂ ਕਰਕੇ ਫਿਰ ਇਹ ਅੱਜ ਵਾਲਾ ਟੌਪਿਕ ਕਰਨਾ ਹੈ। ਤਾਂ ਅੱਜ ਦਾ ਸਾਡਾ ਟੌਪਿਕ ਹੈ, ਸਾਡਾ ਵਿਸ਼ਾ ਹੈ ਕਾਰਕ। ਕਾਰਕ ਕੀ ਹੁੰਦਾ ਹੈ? ਜਿਸ ਤਰ੍ਹਾਂ ਕਿ ਅਸੀਂ ਸੰਬੰਧਕ ਦੇ ਨਾਲ ਤੁਹਾਨੂੰ ਥੋੜ੍ਹਾ ਜਿਹਾ ਸਿਮਿਲਰ ਲੱਗੇਗਾ। ਕਾਰਕ ਜਿਹੜੇ ਸ਼ਬਦ ਮਤਲਬ ਨਾਂਵ ਜਾਂ ਪੜਨਾਂਵ ਤਾਂ ਸਾਨੂੰ ਅੱਛੀ ਤਰ੍ਹਾਂ ਅੰਡਰਸਟੈਂਡਿੰਗ ਹੈ। ਵਾਕ ਦੇ ਵਿੱਚ ਨਾਂਵ ਜਾਂ ਪੜਨਾਂਵ ਦੀ ਹੋਰ ਸ਼ਬਦਾਂ ਦੇ ਨਾਲ ਸੰਬੰਧ ਸਥਾਪਿਤ ਕਰਨ ਵਾਲੇ ਰੂਪਾਂ ਨੂੰ ਅਸੀਂ ਕੀ ਕਹਿੰਦੇ ਹਾਂ? ਕਾਰਕ ਕਹਿੰਦੇ ਹਾਂ। ਤਾਂ ਤੁਸੀਂ ਸੋਚ ਰਹੇ ਹੋਵੋਗੇ ਕਿ ਸੰਬੰਧਕ ਵੀ ਇਹੀ ਸੀ। ਹਾਂਜੀ, ਉਹ ਥੋੜ੍ਹਾ ਜਿਹਾ ਮਤਲਬ ਸਿਮਿਲਰ ਹੀ ਹੈ ਇਸ ਦੇ ਵਿੱਚ, ਤਾਂ ਅਸੀਂ ਉਸ ਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਤਾਂ ਨਾਂਵ ਜਾਂ ਪੜਨਾਂਵ ਦੀ ਹੋਰ ਸ਼ਬਦਾਂ ਨਾਲ ਸੰਬੰਧ ਪ੍ਰਗਟ ਕਰਨ ਵਾਲੇ ਰੂਪਾਂ ਨੂੰ ਕਾਰਕ ਕਹਿੰਦੇ ਨੇ, ਤੇ ਜਿਹੜੇ ਮਤਲਬ ਚਿੰਨ੍ਹ ਇਹ ਸੰਬੰਧ ਸਥਾਪਿਤ ਕਰਨ ਦੇ ਵਿੱਚ ਹੈਲਪ ਕਰਦੇ ਨੇ, ਮਦਦ ਕਰਦੇ ਨੇ, ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ? ਕਾਰਕ ਚਿੰਨ੍ਹ ਕਹਿੰਦੇ ਹਾਂ। ਠੀਕ ਹੈ, ਤਾਂ ਇਹਨਾਂ ਨੂੰ ਅਸੀਂ ਐਗਜ਼ਾਮਪਲਸ ਦੇ ਰਾਹੀਂ, MCQs ਦੇ ਰਾਹੀਂ ਅਸੀਂ ਪ੍ਰੈਕਟਿਸ ਕਰਾਂਗੇ ਚੰਗੀ ਤਰ੍ਹਾਂ। ਸਾਡਾ ਪਹਿਲਾ ਜੋ ਪ੍ਰਸ਼ਨ ਹੈ ਉਹ ਹੈ, ਹਰਮਨ ਨੇ ਰੋਟੀ ਖਾਧੀ। ਵਾਕ ਵਿੱਚ ਰੋਟੀ ਕਿਹੜਾ ਕਾਰਕ ਹੈ? ਹਰਮਨ ਨੇ ਰੋਟੀ ਖਾਧੀ। ਤਾਂ ਅਸੀਂ ਦੇਖਦੇ ਹਾਂ ਹਰਮਨ ਕੀ ਹੈ ਇੱਥੇ? ਕੰਮ ਨੂੰ ਕਰਨ ਵਾਲਾ। ਤਾਂ ਇਹ ਤਾਂ ਅਸੀਂ ਪਿਛਲੀ ਕਲਾਸਿਸ ਦੇ ਵਿੱਚ ਬਹੁਤ ਵਾਰੀ ਕਰ ਚੁੱਕੇ ਹਾਂ ਕਿ ਕੰਮ ਨੂੰ ਕਰਨ ਵਾਲਾ, ਉਸ ਨੂੰ ਅਸੀਂ ਕੀ ਕਹਿੰਦੇ ਹਾਂ? ਕਰਤਾ, ਜੋ ਕੰਮ ਕਰਦਾ ਹੈ। ਤਾਂ ਹਰਮਨ ਜੋ ਹੈ ਇੱਥੇ ਕਰਤਾ ਹੈ, ਤੋ ਹਰਮਨ ਦੇ ਨਾਲ ਨੇ ਲੱਗਿਆ ਹੋਇਆ ਹੈ। ਤਾਂ ਹਰਮਨ ਨੇ ਰੋਟੀ ਖਾਧੀ, ਤਾਂ ਨੇ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਰੋਟੀ ਕਿਸਨੇ ਖਾਈ? ਹਰਮਨ ਨੇ ਖਾਈ, ਮਤਲਬ ਹਰਮਨ ਕਰਤਾ ਹੈ। ਨੇ ਸਾਨੂੰ ਇਹ ਦੱਸਦਾ ਹੈ। ਤਾਂ ਕਰਤਾ ਕਾਰਕ ਦੀ ਜੋ ਮਤਲਬ 8 ਕਿਸਮਾਂ ਹੁੰਦੀਆਂ ਨੇ, ਇਹ ਵੀ ਸਾਡੇ ਕੋਲ ਅੱਗੇ ਕੁਐਸਚਨ ਆਏਗਾ। ਕਾਰਕ ਦੀਆਂ ਕਿਹੜੀਆਂ 8 ਕਿਸਮਾਂ ਹੁੰਦੀਆਂ ਨੇ? ਕਰਤਾ, ਕਰਮ, ਕਰਨ, ਅਧਿਕਰਨ, ਅਪਾਦਾਨ, ਸੰਪਰਦਾਨ, ਸੰਬੋਧਨ ਅਤੇ ਸੰਬੰਧ ਕਾਰਕ। ਤਾਂ ਇਹ 8 ਕਿਸਮਾਂ ਦੇ ਨਾਮ ਸਾਨੂੰ ਯਾਦ ਹੋਣੇ ਚਾਹੀਦੇ ਨੇ, ਤੇ ਇਹਨਾਂ ਦੀ ਅਸੀਂ ਹੁਣ ਕਰਦੇ ਹਾਂ ਪ੍ਰੈਕਟਿਸ। ਕਰਤਾ ਨੇ, ਹੁਣ ਰੋਟੀ ਕੀ ਹੈ ਇੱਥੇ? ਰੋਟੀ ਹੈ ਜਿਸ ਦੇ ਉੱਤੇ ਕੰਮ ਹੋ ਰਿਹਾ ਹੈ। ਠੀਕ ਹੈ, ਤਾਂ ਰੋਟੀ ਕੀ ਹੈ ਸਾਡੇ ਕੋਲ? ਕਰਮ ਹੈ। ਕਰਤਾ ਨੇ ਕਰਮ। ਠੀਕ ਹੈ, ਤਾਂ ਕਰਮ ਸਾਡੇ ਕੋਲ ਰੋਟੀ ਹੈ। ਵਾਕ ਵਿੱਚ ਰੋਟੀ ਕਿਹੜਾ ਕਾਰਕ ਹੈ? ਤਾਂ ਰੋਟੀ ਦੇ ਉੱਤੇ ਕੰਮ ਹੋ ਰਿਹਾ ਹੈ। ਠੀਕ ਹੈ, ਤਾਂ ਰੋਟੀ ਸਾਡੇ ਕੋਲ ਇੱਥੇ ਕਰਮ ਕਾਰਕ ਆ ਜਾਂਦਾ ਹੈ। ਤਾਂ ਇਹਨਾਂ ਦੇ ਚਿੰਨ੍ਹਾਂ ਨੂੰ ਤੁਸੀਂ ਯਾਦ ਰੱਖਣਾ ਹੈ। ਹੁਣ ਸਾਡੇ ਕੋਲ ਜੇ ਤੁਸੀਂ ਦੇਖੋ ਤਾਂ ਹਰਮਨ ਨੇ ਰੋਟੀ ਖਾਧੀ, ਤਾਂ ਹਰਮਨ ਦੇ ਨਾਲ ਨੇ ਲੱਗਿਆ ਹੋਇਆ ਹੈ। ਤਾਂ ਕਰਤਾ ਕਾਰਕ ਜੋ ਹੁੰਦਾ ਹੈ ਉਸ ਦਾ ਚਿੰਨ੍ਹ ਤੁਸੀਂ ਯਾਦ ਰੱਖਣਾ ਹੈ, ਉਹ ਹੁੰਦਾ ਹੈ ਸਾਡੇ ਕੋਲ ਨੇ। ਕਰਤਾ ਨੇ। ਇਸੇ ਤਰ੍ਹਾਂ ਜੇ ਤੁਸੀਂ ਯਾਦ ਰੱਖੋਗੇ ਤਾਂ ਤੁਹਾਨੂੰ ਥੋੜ੍ਹਾ ਜਿਹਾ ਈਜ਼ੀ ਰਹੇਗਾ ਐਗਜ਼ਾਮਸ ਦੇ ਵਿੱਚ, ਕਿਉਂਕਿ ਐਗਜ਼ਾਮਸ ਦੇ ਵਿੱਚ ਸਾਡੇ ਕੋਲ ਇੰਨਾ ਟਾਈਮ ਨਹੀਂ ਹੁੰਦਾ। ਤਾਂ ਇਸ ਲਈ ਇਸ ਨੂੰ ਜੋ ਮੈਂ ਤੁਹਾਨੂੰ ਦੱਸਣ ਲੱਗੀ ਹਾਂ, ਇਸ ਨੂੰ ਤੁਸੀਂ ਚੰਗੀ ਤਰ੍ਹਾਂ ਆਪਣੇ ਦਿਮਾਗ ਦੇ ਵਿੱਚ ਬਿਠਾ ਲੈਣਾ ਹੈ। ਕਰਤਾ ਨੇ, ਕਰਮ ਨੂੰ, ਕਰਨ ਨਾਲ ਜਾਂ ਦੁਆਰਾ, ਅਧਿਕਰਨ ਦਾ ਚਿੰਨ੍ਹ ਹੁੰਦਾ ਹੈ ਵਿੱਚ ਜਾਂ ਉੱਤੇ। ਅਪਾਦਾਨ ਦਾ ਚਿੰਨ੍ਹ ਹੁੰਦਾ ਹੈ ਅਲੱਗ ਹੋਣਾ, ਮਤਲਬ ਜਿਸ ਤਰ੍ਹਾਂ ਕੋਈ ਚੀਜ਼ ਦੂਸਰੇ ਤੋਂ ਅਲੱਗ ਹੋ ਰਹੀ ਹੋਵੇ। ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਮੈਂ ਫਰਿੱਜ ਦੇ ਵਿੱਚੋਂ ਖਾਣਾ ਕੱਢਿਆ, ਤਾਂ ਕੱਢਿਆ ਕੀ ਹੈ? ਵਿੱਚੋਂ, ਫਰਿੱਜ ਦੇ ਵਿੱਚੋਂ ਕੱਢਿਆ, ਮਤਲਬ ਕੋਈ ਚੀਜ਼ ਫਰਿੱਜ ਤੋਂ ਅਲੱਗ ਹੋ ਰਹੀ ਹੈ। ਤਾਂ ਇੱਥੇ ਸਾਡੇ ਕੋਲ ਜੋ ਕਾਰਕ ਆਉਂਦਾ ਹੈ ਉਹ ਹੁੰਦਾ ਹੈ ਅਪਾਦਾਨ। ਅਪਾਦਾਨ ਹੁੰਦਾ ਹੈ ਅਲੱਗ ਜਾਂ ਫਿਰ ਤੋਂ, ਮਤਲਬ ਫਰਿੱਜ ਦੇ ਵਿੱਚੋਂ ਜਾਂ ਫਰਿੱਜ ਤੋਂ ਮਤਲਬ ਖਾਣਾ ਕੱਢਿਆ, ਤਾਂ ਅਪਾਦਾਨ ਅਲੱਗ ਹੋਣ ਦਾ ਜੋ ਭਾਵ ਪ੍ਰਗਟ ਹੁੰਦਾ ਹੈ ਉਹ ਅਪਾਦਾਨ ਕਾਰਕ ਹੁੰਦਾ ਹੈ। ਠੀਕ ਹੈ, ਸੰਪਰਦਾਨ, ਸੰਪਰਦਾਨ ਸਾਡੇ ਕੋਲ ਕਾਰਕ ਹੁੰਦਾ ਹੈ, ਉਹ ਹੁੰਦਾ ਹੈ ਦੇ ਲਈ।
ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਸ਼ਹੀਦਾਂ ਨੇ ਦੇਸ਼ ਦੇ ਲਈ ਕੁਰਬਾਨੀ ਦਿੱਤੀ, ਤਾਂ ਦੇ ਲਈ ਜਿੱਥੇ ਆ ਗਿਆ ਉੱਥੇ ਸਾਡੇ ਕੋਲ ਸੰਪਰਦਾਨ ਕਾਰਕ ਹੈ। ਸੰਪਰਦਾਨ, ਸੰਬੋਧਨ ਤਾਂ ਸਾਨੂੰ ਪਤਾ ਹੀ ਹੈ, ਸੰਬੋਧਨ ਕਿਸੇ ਨੂੰ ਬੁਲਾਉਣਾ, ਠੀਕ ਹੈ, ਓਏ, ਨੀ, ਇਹ ਹੁੰਦਾ ਸੰਬੋਧਨ ਕਾਰਕ। ਐਂਡ ਉਸ ਤੋਂ ਬਾਅਦ ਆ ਗਿਆ ਸਾਡੇ ਕੋਲ ਸੰਬੰਧ। ਸੰਬੰਧ ਕਾਰਕ ਆਊਗਾ ਦਾ, ਦੀ, ਦੇ। ਤਾਂ ਇਹ ਤੁਸੀਂ ਚੰਗੀ ਤਰ੍ਹਾਂ ਆਪਣੇ ਕੋਲ ਲਿਖ ਕੇ ਰੱਖ ਲੈਣਾ, ਇਹ ਤੁਹਾਨੂੰ ਬਹੁਤ ਹੈਲਪ ਦੇਗਾ ਕਾਰਕ ਦੇ ਕੁਐਸਚਨਸ ਨੂੰ ਚੰਗੀ ਤਰ੍ਹਾਂ ਅਟੈਂਪਟ ਕਰਨ ਦੇ ਵਿੱਚ, ਸਹੀ ਅਟੈਂਪਟ ਕਰਨ ਦੇ ਵਿੱਚ। ਤਾਂ ਹਰਮਨ ਨੇ ਰੋਟੀ ਖਾਧੀ, ਰੋਟੀ ਸਾਡੇ ਕੋਲ ਇੱਥੇ ਕਰਮ ਹੈ ਜਿਹਦੇ ਉੱਤੇ ਕੰਮ ਹੋ ਰਿਹਾ ਹੈ, ਠੀਕ ਹੈ। ਤਾਂ ਰੋਟੀ ਸਾਡੇ ਕੋਲ ਕਰਮ ਕਾਰਕ ਆ ਗਿਆ। ਨੈਕਸਟ ਕੁਐਸਚਨ ਦੇਖਦੇ ਹਾਂ, ਛੱਤ ਉੱਤੇ ਚੜੋ, ਵਾਕ ਵਿੱਚ ਕਾਰਕ ਕਿਹੜਾ ਹੈ? ਹਾਂਜੀ, ਹੁਣ ਤੁਸੀਂ ਛੱਤ ਉੱਤੇ ਚੜੇ ਹੋ, ਤਾਂ ਇੱਥੇ ਜੋ ਸਾਡੇ ਕੋਲ ਸ਼ਬਦ ਹੈ ਇਹ ਸਾਡੇ ਕੋਲ ਛੱਤ ਨਾਮ ਹੈ ਜਾਂ ਪੜਨਾਮ ਹੈ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਇਹ ਨਾਮ ਜਾਂ ਪੜਨਾਮ ਚੋਂ ਇੱਕ ਹੈ। ਤਾਂ ਉਸ ਤੋਂ ਬਾਅਦ ਸਾਡੇ ਕੋਲ ਆ ਗਿਆ ਉੱਤੇ। ਉੱਤੇ ਜੋ ਸ਼ਬਦ ਹੈ ਇਹ ਕਾਰਕ ਹੈ। ਇਹ ਤੁਹਾਨੂੰ ਹੁਣ ਦੇਖੋ, ਜੇ ਤੁਸੀਂ ਸੰਬੋਧਕ ਚੰਗੀ ਤਰ੍ਹਾਂ ਨਹੀਂ ਪੜ੍ਹਿਆ ਜਾਂ ਥੋੜਾ ਬਹੁਤ ਪੜ੍ਹਿਆ ਹੈ, ਜੇ ਬਿਲਕੁਲ ਨਹੀਂ ਪੜ੍ਹਿਆ ਹੋ ਸਕਦਾ ਫਿਰ ਕਨਫਿਊਜ਼ਨ ਨਾ ਹੋਵੇ, ਜੇ ਥੋੜਾ ਬਹੁਤ ਪੜ੍ਹਿਆ ਚੰਗੀ ਤਰ੍ਹਾਂ ਨਹੀਂ ਪੜ੍ਹਿਆ ਤਾਂ ਫਿਰ ਕਨਫਿਊਜ਼ਨ ਹੋਣ ਦੇ ਚਾਂਸਸ ਜ਼ਿਆਦਾ ਨੇ। ਤਾਂ ਇਸ ਨੂੰ ਚੰਗੀ ਤਰ੍ਹਾਂ ਤੁਸੀਂ ਪੜ੍ਹ ਕੇ ਆਉਣਾ ਹੈ। ਤਾਂ ਇਹ ਕੀ ਹੈ, ਇੱਥੇ ਸੰਬੋਧਕ ਹੈ, ਛੱਤ ਉੱਤੇ ਚੜੋ, ਉੱਤੇ ਕੀ ਹੈ, ਇੱਥੇ ਸੰਬੋਧਕ ਹੈ। ਤਾਂ ਸੰਬੋਧਕ ਜੋ ਹੁੰਦਾ ਹੈ ਉਹੀ ਕਾਰਕ ਚਿੰਨ ਹੁੰਦਾ ਹੈ, ਰਾਈਟ। ਤਾਂ ਉੱਤੇ ਜੋ ਹੈ, ਉੱਤੇ ਅਸੀਂ ਕਰਕੇ ਆਏ ਹਾਂ, ਕਿਹੜਾ ਕਾਰਕ ਹੈ? ਉੱਤੇ। ਉੱਪਰ ਤਾਂ ਅਲੱਗ, ਉੱਤੇ ਅਧਿਕਰਨ ਕਾਰਕ। ਅਧਿਕਰਨ ਕਾਰਕ ਸਾਨੂੰ ਦੱਸਦਾ ਹੈ ਕਿ ਵਿੱਚ ਜਾਂ ਉੱਤੇ, ਅਧਿਕਰਨ, ਠੀਕ ਹੈ। ਤਾਂ ਇੱਥੇ ਸਾਡੇ ਕੋਲ ਅਧਿਕਰਨ ਕਾਰਕ ਆਏਗਾ, ਸੀ ਆਪਸ਼ਨ ਸਾਡੀ ਰਾਈਟ ਆਂਸਰ ਆਏਗੀ। ਕਰਨ ਦਾ ਹੁੰਦਾ ਹੈ ਕਰਤਾ ਨੇ ਕਰਮ ਨੂੰ ਕਰਨ ਦੁਆਰਾ, ਮਤਲਬ ਜਿਹਦੇ ਦੁਆਰਾ ਕੰਮ ਕੀਤਾ ਜਾਂਦਾ ਹੈ। ਜਿਸ ਤਰ੍ਹਾਂ ਅਸੀਂ ਕਹਿ ਦਿੰਦੇ ਹਾਂ ਕਿ ਉਹਨੇ ਸੱਪ ਨੂੰ ਸੋਟੀ ਨਾਲ ਮਾਰਿਆ, ਠੀਕ ਹੈ, ਜਾਂ ਨਾਲ ਮਤਲਬ, ਠੀਕ ਹੈ। ਤਾਂ ਕਿਹਦੇ ਨਾਲ ਮਾਰਿਆ? ਸੋਟੀ ਦੇ ਨਾਲ। ਹਾਂਜੀ, ਜੇ ਆਪਾਂ ਇਹ ਦੇਖਣਾ ਹੈ ਕਿ ਕਰਤਾ ਕਾਰਕ ਦੀ ਪਹਿਚਾਨ ਕੀ ਹੈ, ਜੇ ਸਾਨੂੰ ਸਮਝ ਨਹੀਂ ਆ ਰਿਹਾ ਕਰਤਾ ਕਾਰਕ ਦੀ ਪਹਿਚਾਨ ਕੀ ਹੈ, ਤਾਂ ਉਹ ਅਸੀਂ ਕਿਵੇਂ ਦੇਖਾਂਗੇ? ਹਰਮਨ ਨੇ ਰੋਟੀ ਖਾਧੀ, ਤਾਂ ਜੇ ਅਸੀਂ ਕੁਐਸਚਨ ਪੁੱਛੀਏ ਕਿਸ ਨੇ ਰੋਟੀ ਖਾਧੀ, ਤਾਂ ਕਿਸ ਜੋ ਸ਼ਬਦ ਹੈ ਉਹ ਸਾਨੂੰ ਜੋ ਆਨਸਰ ਦੇਗਾ ਉਹ ਹੋਏਗਾ ਸਾਡਾ ਕਰਤਾ ਕਾਰਕ, ਠੀਕ ਹੈ। ਕਿਸ ਨੇ ਰੋਟੀ ਖਾਧੀ? ਹਰਮਨ ਨੇ ਰੋਟੀ ਖਾਧੀ, ਤਾਂ ਹਰਮਨ ਨੇ ਕੀ ਹੈ ਇੱਥੇ? ਕਰਤਾ ਕਾਰਕ ਹੈ, ਠੀਕ ਹੈ। ਕਰਮ, ਕੀ ਖਾਧਾ, ਜੇ ਅਸੀਂ ਪੁੱਛਦੇ ਹਾਂ ਕਿ ਹਰਮਨ ਨੇ ਕੀ ਖਾਧਾ, ਤਾਂ ਕੀ ਜੋ ਹੈ ਉਹ ਸਾਡਾ ਜਵਾਬ ਦਿੰਦਾ ਹੈ ਕਰਮ ਕਾਰਕ ਦਾ, ਠੀਕ ਹੈ। ਅਤੇ ਇੱਥੇ ਕਰਨ ਕਾਰਕ ਤਾਂ ਇਸ ਵਾਕ ਦੇ ਵਿੱਚ ਹੈ ਨਹੀਂ। ਰਾਮ ਨੇ ਸੱਪ ਨੂੰ ਸੋਟੀ ਦੇ ਨਾਲ ਮਾਰਿਆ, ਤੇ ਜੇ ਅਸੀਂ ਪੁੱਛੀਏ ਵੀ ਕਿਸ ਨਾਲ ਮਾਰਿਆ, ਤਾਂ ਕਿਸ ਨਾਲ ਮਾਰਿਆ, ਕਿਹਦੇ ਨਾਲ ਮਾਰਿਆ, ਤਾਂ ਉਹ ਸਾਡਾ ਜਵਾਬ ਦਿੰਦਾ ਹੈ ਸੋਟੀ ਦੇ ਨਾਲ, ਤਾਂ ਉਹ ਸਾਡਾ ਹੁੰਦਾ ਹੈ ਕਰਨ ਕਾਰਕ, ਠੀਕ ਹੈ। ਤਾਂ ਛੱਤ ਉੱਤੇ ਚੜੋ ਦੇ ਵਿੱਚ ਸਾਡੇ ਕੋਲ ਅਧਿਕਰਨ ਕਾਰਕ ਹੈ। ਉਸ ਤੋਂ ਬਾਅਦ ਹੈ ਸਾਡੇ ਕੋਲ ਪੰਜਾਬੀ ਵਿੱਚ ਕਾਰਕ ਦੀਆਂ ਕਿੰਨੀਆਂ ਕਿਸਮਾਂ ਹਨ, ਤਾਂ ਇਹ ਅਸੀਂ ਪਹਿਲਾਂ ਹੀ ਕਰ ਚੁੱਕੇ ਹਾਂ, ਮੈਂ ਤੁਹਾਨੂੰ ਦੱਸ ਚੁੱਕੀ ਹਾਂ। ਤੇ 8 ਕਿਸਮਾਂ ਹਨ, ਤਾਂ ਤੁਸੀਂ ਆਪਣੇ ਮਨ ਦੇ ਵਿੱਚ ਉਸ ਨੂੰ ਦੁਹਰਾਉਣਾ ਹੈ। 8 ਕਿਸਮਾਂ ਕਿਹੜੀਆਂ ਕਿਹੜੀਆਂ ਹਨ, ਤੁਹਾਨੂੰ ਨਾਮ ਉਸਦੇ ਯਾਦ ਹੋਣੇ ਚਾਹੀਦੇ ਹਨ। ਤਾਂ ਸਾਡਾ ਆਨਸਰ ਹੈ ਇਸ ਦਾ ਬੀ। ਸ਼ਾਮ ਨੇ ਭਿਖਾਰੀ ਨੂੰ ਰੋਟੀ ਖਵਾਈ। ਪਹਿਲਾਂ ਤਾਂ ਤੁਸੀਂ ਵਾਕ ਨੂੰ ਪੂਰੇ ਧਿਆਨ ਨਾਲ ਪੜ੍ਹਨਾ ਹੈ। ਇਸ ਦੇ ਵਿੱਚ ਕਰਤਾ ਕਾਰਕ, ਕਰਮ, ਕਰਨ ਜੋ ਵੀ ਆਉਂਦਾ ਹੈ ਉਸ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕਰਨੀ ਹੈ। ਵਾਕ ਵਿੱਚ ਕਰਮ ਕਾਰਕ ਕਿਹੜੇ ਕਿਹੜੇ ਹਨ? ਹੁਣ ਸਾਨੂੰ ਕਰਮ ਕਾਰਕ ਪੁੱਛ ਲਏ ਕਿ ਕਿਹੜੇ ਕਿਹੜੇ ਹਨ। ਸ਼ਾਮ ਕੀ ਹੈ? ਕਰਤਾ, ਜਿਹੜਾ ਕੰਮ ਕਰਨ ਵਾਲਾ ਹੈ। ਸ਼ਾਮ ਨੇ ਭਿਖਾਰੀ ਨੂੰ ਰੋਟੀ ਖਵਾਈ, ਠੀਕ ਹੈ। ਤਾਂ ਇੱਥੇ ਦੇਖੋ ਸਾਡੇ ਕੋਲ ਜਿਸ ਤਰ੍ਹਾਂ ਅਸੀਂ ਪਹਿਲਾਂ ਪਿਛਲੇ ਟੌਪਿਕਸ ਦੇ ਵਿੱਚ ਪੜ੍ਹ ਕੇ ਆਏ ਸੀ ਕਿ ਕਰਮ 2 ਤਰ੍ਹਾਂ ਦੇ ਹੁੰਦੇ ਨੇ, ਇੱਕ ਤਾਂ ਪ੍ਰਧਾਨ ਕਰਮ, ਇੱਕ ਅਪ੍ਰਧਾਨ ਕਰਮ। ਪ੍ਰਧਾਨ ਕਰਮ ਜਿਸ ਦੇ ਨਾਲ ਨੂੰ ਨਹੀਂ ਲੱਗਿਆ ਹੁੰਦਾ। ਸ਼ਾਮ ਨੇ, ਦੇਖੋ ਜੇ ਅਸੀਂ ਇਸ ਸ਼ਬਦ, ਇਹਨਾਂ ਦੋ ਸ਼ਬਦਾਂ ਨੂੰ ਕੱਟ ਦਈਏ, ਸ਼ਾਮ ਨੇ ਰੋਟੀ ਖਵਾਈ, ਤਾਂ ਸ਼ਾਮ ਨੇ ਕੋਈ ਕੰਮ ਕੀਤਾ ਹੈ, ਤਾਂ ਸ਼ਾਮ ਕੀ ਹੈ? ਕਰਤਾ ਹੈ। ਸ਼ਾਮ ਨੇ ਕੀ ਕੰਮ ਕੀਤਾ ਹੈ? ਸ਼ਾਮ ਨੇ ਰੋਟੀ ਖਵਾਈ ਹੈ। ਤਾਂ ਕਰਮ ਕੀ ਹੈ ਸਾਡੇ ਕੋਲ ਇੱਥੇ? ਰੋਟੀ ਕਰਮ ਹੈ, ਠੀਕ ਹੈ। ਕਿਹੜਾ ਕਰਮ ਹੈ? ਇਹ ਹੈ ਸਾਡੇ ਕੋਲ ਪ੍ਰਧਾਨ ਕਰਮ। ਪ੍ਰਧਾਨ ਕਰਮ ਤੇ ਜਿਸ ਦੇ ਨਾਲ ਨੂੰ ਲੱਗਿਆ ਹੋਵੇ, ਜਿਹੜੇ ਕਰਮ ਦੇ ਨਾਲ ਨੂੰ ਲੱਗਿਆ ਹੋਵੇ ਉਹ ਕੀ ਹੈ ਸਾਡੇ ਕੋਲ? ਅਪ੍ਰਧਾਨ ਕਰਮ। ਉਹ ਹੁੰਦਾ ਸਾਡੇ ਕੋਲ ਅਪ੍ਰਧਾਨ ਕਰਮ। ਤਾਂ ਦੇਖੋ ਸ਼ਾਮ ਕਰਤਾ ਹੋ ਗਿਆ। ਬਾਕੀ ਜੋ ਨਾਮ ਜਾਂ ਪੜਨਾਮ ਨੇ, 2 ਜਾਂ 1 ਨਾਮ ਜਾਂ ਪੜਨਾਮ, ਬਾਕੀ ਜਿਹੜੇ ਨਾਮ ਜਾਂ ਪੜਨਾਮ ਵਾਕ ਦੇ ਵਿੱਚ ਰਹਿ ਜਾਂਦੇ ਨੇ ਕਰਤਾ ਤੋਂ ਬਿਨਾ, ਉਹ ਹੁੰਦੇ ਆ ਸਾਡੇ ਕਰਮ।
ਤਾਂ ਇੱਕ ਇਹ ਪ੍ਰਧਾਨ ਕਰਮ ਹੋ ਗਿਆ, ਇਹ ਅਪ੍ਰਧਾਨ ਕਰਮ ਹੋ ਗਿਆ। ਤਾਂ ਸਾਡੇ ਕੋਲ ਦੋ ਇੱਥੇ ਕਰਮ ਦਿੱਤੇ ਹੋਏ ਨੇ। ਕਿਹੜੇ ਕਿਹੜੇ ਕਰਮ ਕਾਰਕ ਨੇ? ਭਿਖਾਰੀ ਤਾਂ ਠੀਕ ਹੈ ਕਰਮ ਹੈ, ਖੁਆਈ ਕੋਈ ਕਰਮ ਨਹੀਂ ਹੈ, ਖੁਆਈ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕੀ ਹੈ, ਠੀਕ ਹੈ। ਸ਼ਾਮ ਤਾਂ ਕਰਤਾ ਹੈ, ਇਹ ਵੀ ਗਲਤ ਹੋ ਗਿਆ। ਭਿਖਾਰੀ ਨੂੰ ਜਾਂ ਰੋਟੀ, ਹਾਂਜੀ ਇਹ ਸਾਡਾ ਸਹੀ ਹੈ। ਭਿਖਾਰੀ ਨੂੰ ਸਾਡਾ ਅਪ੍ਰਧਾਨ ਕਰਮ ਹੈ ਤੇ ਰੋਟੀ ਕੀ ਹੈ? ਸਾਡਾ ਪ੍ਰਧਾਨ ਕਰਮ ਹੈ, ਰਾਈਟ। ਤਾਂ ਸ਼ਾਮ ਰੋਟੀ ਇਹ ਗਲਤ ਹੋ ਗਿਆ ਸਾਡਾ, ਸਾਡਾ ਆਨਸਰ ਆ ਜਾਂਦਾ ਹੈ ਸੀ। ਅੱਗੇ ਚੱਲਦੇ ਹਾਂ। ਅਧਿਆਪਕ ਨੇ ਉਸ ਨੂੰ ਡੰਡੇ ਨਾਲ ਮਾਰਿਆ, ਵਿੱਚ ਕਰਨ ਕਾਰਕ ਕਿਹੜਾ ਹੈ? ਤਾਂ ਕਰਨ ਕੀ ਸੀ? ਨਾਲ ਜਾਂ ਦੁਆਰਾ। ਤਾਂ ਅਧਿਆਪਕ ਨੇ ਉਸ ਨੂੰ ਡੰਡੇ ਨਾਲ ਮਾਰਿਆ। ਅਧਿਆਪਕ ਕਰਤਾ ਹੈ, ਕੰਮ ਨੂੰ ਕਰਨ ਵਾਲਾ, ਤੇ ਡੰਡੇ ਨਾਲ ਮਾਰਿਆ। ਡੰਡੇ ਨਾਲ, ਕਿਹਦੇ ਨਾਲ ਮਾਰਿਆ? ਡੰਡੇ ਦੇ ਨਾਲ ਕੰਮ ਹੋ ਰਿਹਾ ਹੈ। ਤਾਂ ਇਹ ਕੀ ਹੈ? ਸਾਡੇ ਕੋਲ ਕਰਨ ਕਾਰਕ ਹੈ। ਵਿੱਚ ਕਰਨ ਕਾਰਕ ਕਿਹੜਾ ਹੈ? ਤਾਂ ਡੰਡੇ ਨਾਲ ਸਾਡੇ ਕੋਲ ਕਰਨ ਕਾਰਕ ਹੈ। ਤਾਂ ਇਸ ਨੂੰ ਮਤਲਬ ਉਹ ਜਿਹੜਾ ਮਤਲਬ ਚਾਰਟ ਦੇ ਦੁਆਰਾ ਤੁਸੀਂ ਚੰਗੀ ਤਰ੍ਹਾਂ ਇਸ ਦੀ ਥੋੜੀ ਜਿਹੀ ਪ੍ਰੈਕਟਿਸ ਕਰਕੇ ਈਜ਼ੀਲੀ ਤੁਸੀਂ ਇਸ ਨੂੰ ਇਹਨਾਂ ਕੁਐਸਚਨਸ ਨੂੰ ਕਰ ਸਕਦੇ ਹੋ। ਉਸਨੇ ਮੇਰੇ ਲਈ ਗੱਡੀ ਭੇਜੀ ਵਿੱਚ ਸੰਪਰਦਾਨ ਕਾਰਕ ਕਿਹੜਾ ਹੈ? ਸੰਪਰਦਾਨ ਹੁੰਦਾ ਹੈ ਕਿ ਕਿਸੇ ਦੇ ਲਈ ਕੁਝ ਕਰਨਾ, ਕਿਸੇ ਦੇ ਵਾਸਤੇ, ਕਿਸੇ ਦੀ ਖਾਤਰ, ਦੇਸ਼ ਦੀ ਖਾਤਰ ਜਾਨ ਦੇਣਾ। ਤਾਂ ਖਾਤਰ ਜੋ ਹੈ ਇੱਥੇ ਉਹ ਸੰਪਰਦਾਨ ਕਾਰਕ ਦਰਸਾਉਂਦਾ ਹੈ। ਉਸਨੇ ਮੇਰੇ ਲਈ ਗੱਡੀ ਭੇਜੀ, ਤਾਂ ਮੇਰੇ ਲਈ ਕੀ ਹੈ ਇੱਥੇ? ਸੰਪਰਦਾਨ ਕਾਰਕ ਹੈ, ਕਿਸੇ ਦੇ ਲਈ ਕੁਝ ਕਰਨਾ, ਉਹ ਕੀ ਹੈ? ਸੰਪਰਦਾਨ। ਇਸ ਨੂੰ ਤੁਸੀਂ ਯਾਦ ਕਿਸ ਤਰ੍ਹਾਂ ਕਰ ਸਕਦੇ ਹੋ? ਸੰਪਰਦਾਨ, ਪ੍ਰਦਾਨ ਕਰ ਦੇਣਾ, ਮਤਲਬ ਕਿਸੇ ਨੂੰ ਕੁਝ ਦੇ ਦੇਣਾ, ਕਿਸੇ ਦੇ ਲਈ, ਕਿਸੇ ਦੇ ਵਾਸਤੇ, ਕਿਸੇ ਦੀ ਖਾਤਰ। ਤਾਂ ਇਸ ਤਰ੍ਹਾਂ ਤੁਸੀਂ ਥੋੜਾ ਜਿਹਾ ਇਸ ਨੂੰ ਯਾਦ ਰੱਖ ਸਕਦੇ ਹੋ। ਉਸਨੇ ਮੇਰੇ ਲਈ ਗੱਡੀ ਭੇਜੀ, ਉਹੀ ਵਾਕ ਹੈ। ਤਾਂ ਸੰਪਰਦਾਨ ਕਾਰਕ ਅਸੀਂ ਦੱਸਣੇ ਹੈ ਇੱਥੇ। ਤਾਂ ਉਸਨੇ, ਪਹਿਲਾਂ ਤਾਂ ਉਸ ਦੱਸਣਾ ਕਿ ਕੀ ਹੈ? ਇਹ ਪੜਨਾਮ ਹੈ। ਗੱਡੀ ਕੀ ਹੈ? ਮੇਰੇ ਲਈ ਇੱਥੇ ਸਾਡੇ ਕੋਲ ਕੀ ਆ ਗਿਆ? ਇਹ ਸਾਡੇ ਕੋਲ ਸੰਪਰਦਾਨ ਕਾਰਕ ਆ ਗਿਆ। ਸੀ ਆਪਸ਼ਨ ਸਾਡਾ ਆਨਸਰ ਆਏਗਾ, ਸੰਪਰਦਾਨ ਕਾਰਕ। ਨੈਕਸਟ ਹੈ ਵੇ ਮੁੰਡਿਆ ਤੂੰ ਕਿੱਥੇ ਗਿਆ ਸੀ, ਵਿੱਚ ਕਿਹੜਾ ਕਾਰਕ ਹੈ? ਇਹ ਤਾਂ ਬਿਲਕੁਲ ਸਪਸ਼ਟ ਹੈ, ਕਿਸੇ ਨੂੰ ਬੁਲਾਇਆ ਗਿਆ ਹੈ। ਵੇ ਮੁੰਡਿਆ ਮਤਲਬ ਕਿਸੇ ਨੂੰ ਸੰਬੋਧਨ ਕੀਤਾ ਗਿਆ ਹੈ। ਵੇ ਮੁੰਡਿਆ ਕਿੱਥੇ ਗਿਆ ਸੀ ਤੂੰ? ਤਾਂ ਜਿੱਥੇ ਵੇ ਲੱਗਿਆ ਹੋਵੇ, ਨੀ ਲੱਗਿਆ ਹੋਵੇ, ਓਏ ਲੱਗਿਆ ਹੋਵੇ, ਇਹ ਕੀ ਹੈ? ਸਾਡੇ ਕੋਲ ਸੰਬੋਧਨ ਕਰਨ ਦੇ ਤਰੀਕੇ ਨੇ। ਸੰਬੋਧਨ ਕਰਨ ਲਈ ਇਹ ਸ਼ਬਦ ਵਰਤੇ ਜਾਂਦੇ ਨੇ। ਤਾਂ ਸੰਬੋਧਨ ਕਾਰਕ ਜੋ ਹੁੰਦਾ ਹੈ ਇਹ ਦੋ ਰੂਪਾਂ ਦੇ ਵਿੱਚ ਸਾਨੂੰ ਮਿਲਦਾ ਹੈ। ਇੱਕ ਵਿਸਮਿਕ ਹੁੰਦਾ ਹੈ, ਇੱਕ ਪਿਛੇਤਰ ਲੱਗੇ ਹੁੰਦੇ ਨੇ। ਮਤਲਬ ਇੱਕ ਤਾਂ ਵਿਸਮਿਕ ਹੋ ਗਿਆ ਜਿਸ ਤਰ੍ਹਾਂ ਕਿ ਨੀ, ਓਏ, ਵੇ। ਦੇਖੋ ਵੇ ਮੁੰਡਿਆਂ ਤੋਂ ਬਾਅਦ ਸਾਡੇ ਕੋਲ ਵਿਸਮਿਕ ਚਿੰਨ੍ਹ ਹੈ। ਜਿਸ ਤਰ੍ਹਾਂ ਕਿ ਅਸੀਂ ਵਿਸਮਿਕ ਚਿੰਨ੍ਹਾਂ ਦੇ ਵਿੱਚ ਕਰਕੇ ਆਏ ਹਾਂ ਵਿਸ਼ਰਾਮ ਚਿੰਨ੍ਹ ਜਦੋਂ ਅਸੀਂ ਕੀਤੇ ਸੀ। ਤਾਂ ਨੀ ਕੁੜੀਏ, ਨੀ ਕੁੜੀਓ, ਠੀਕ ਹੈ। ਉਸ ਤੋਂ ਬਾਅਦ ਅਸੀਂ ਵਿਸ਼ਰਾਮ ਚਿੰਨ੍ਹ ਮਤਲਬ ਵਿਸਮਿਕ ਲਗਾਵਾਂਗੇ, ਠੀਕ ਹੈ। ਤਾਂ ਇੱਕ ਤਾਂ ਜੋ ਸੰਬੋਧਨ ਹੈ ਉਹ ਵਿਸਮਿਕ ਚਿੰਨ੍ਹਾਂ ਦੇ ਵਿੱਚ ਆ ਜਾਂਦੇ ਨੇ। ਦੂਸਰਾ ਹੈ ਸਾਡੇ ਕੋਲ ਉਹ ਪਿਛੇਤਰ ਲੱਗ ਕੇ, ਕੁਝ ਪਿਛੇਤਰ ਹਨ ਜਦੋਂ ਕਿ ਉਹ ਵਰਤੇ ਜਾਂਦੇ ਨੇ ਤਾਂ ਉਹ ਸਾਡੇ ਕੋਲ ਸੰਬੋਧਨ ਹੁੰਦਾ ਹੈ। ਜਿਸ ਤਰ੍ਹਾਂ ਮੁੰਡਿਆ, ਠੀਕ ਹੈ। ਆੜੇ ਨੂੰ ਕੰਨਾ, ਮੁੰਡਿਓ, ਉਹ ਜਦੋਂ ਲੱਗਾ ਹੋਏ, ਕੁੜੀਏ, ਠੀਕ ਹੈ, ਜਾਂ ਫਿਰ ਕੁੜੀਓ, ਇਹ ਜਦੋਂ ਲੱਗੇ ਹੁੰਦੇ ਨੇ ਪਿਛੇਤਰ ਕਿਸੇ ਵੀ ਸ਼ਬਦ ਦੇ ਪਿੱਛੇ, ਬੱਚਿਓ, ਠੀਕ ਹੈ। ਤਾਂ ਇਹ ਹੁੰਦੇ ਨੇ ਸਾਡੇ ਕੋਲ ਸੰਬੋਧਨ। ਇਹ ਵੀ ਮਤਲਬ ਸੰਬੋਧਨ ਕਾਰਕ ਦਾ ਉਹ ਬਣ ਜਾਂਦਾ ਹੈ, ਠੀਕ ਹੈ। ਇਹ ਵਿਸਮਿਕ ਨਹੀਂ ਹੁੰਦੇ। ਤਾਂ ਤੂੰ ਕਿੱਥੇ ਗਿਆ ਸੀ ਵਿੱਚ ਕਿਹੜਾ ਕਾਰਕ ਹੈ? ਤਾਂ ਇੱਥੇ ਸਾਡੇ ਕੋਲ ਇਹ ਸੰਬੋਧਨ ਕਾਰਕ ਹੈ। ਬੀ ਪਾਰਟ ਸਾਡਾ ਇਹ ਆਨਸਰ ਆ ਜਾਏਗਾ, ਬੀ ਆਪਸ਼ਨ। ਨੈਕਸਟ ਹੈ ਕਮਰੇ ਵਿੱਚ ਬੈਠੋ ਵਾਕ ਵਿੱਚ ਕਿਹੜਾ ਕਾਰਕ ਹੈ? ਹਾਂਜੀ, ਵਿੱਚ ਬੈਠੋ ਮਤਲਬ ਅੰਦਰ ਜਾ ਕੇ ਬੈਠੋ। ਤਾਂ ਅਧਿਕਰਨ ਕਾਰਕ ਜੋ ਹੈ ਉਹ ਜਾਂ ਤਾਂ ਵਿੱਚ ਜਾਂ ਫਿਰ ਉੱਤੇ, ਇਹ ਸਾਨੂੰ ਅਧਿਕਰਨ ਕਾਰਕ ਦੱਸਦਾ ਹੈ। ਤਾਂ ਸੰਬੰਧ ਕਾਰਕ ਹੈ ਇਹ? ਨਹੀਂ। ਸੰਬੰਧ ਕਾਰਕ ਦੀ ਕੀ ਸਾਨੂੰ ਪਛਾਣ ਹੁੰਦੀ ਹੈ? ਉਸਦਾ, ਉਸਦੀ, ਉਸਦੇ, ਮਤਲਬ ਜਿਸ ਨਾਲ ਜਿਹੜੇ ਸ਼ਬਦਾਂ ਨਾਲ ਸੰਬੰਧ ਸਥਾਪਿਤ ਹੋਣ ਦਾ ਪਤਾ ਲੱਗਦਾ ਹੈ। ਮਤਲਬ ਕਿਸੇ ਦੀ ਬਿਲੋਂਗਿੰਗਸ, ਕਿਸੇ ਦੀ ਮਲਕੀਅਤ ਹੈ ਕਿਸੇ ਚੀਜ਼ ਤੇ, ਉਸਦਾ ਪੈਨ, ਉਸਦਾ ਰਿਮੋਟ ਜਾਂ ਕੁਛ ਵੀ। ਤਾਂ ਉਸਦਾ, ਉਸਦੇ, ਉਹਨਾਂ ਦਾ, ਉਹਨਾਂ ਦੇ, ਦਾ ਸ਼ਬਦ, ਦੀਆਂ ਸ਼ਬਦ, ਇਹ ਕੀ ਹੈ? ਸੰਬੰਧ ਦੱਸਦੇ ਨੇ। ਸੰਬੋਧਨ ਤਾਂ ਸਾਨੂੰ ਪਤਾ ਹੀ ਹੈ ਸੰਪਰਦਾਨ ਹੁੰਦਾ ਹੈ, ਦੇ ਲਈ, ਦੇ ਵਾਸਤੇ, ਜੋ ਅਸੀਂ ਕਰਕੇ ਆਏ ਹਾਂ। ਤਾਂ ਇਹ ਵੀ ਨਹੀਂ ਆਏਗਾ, ਇਹ ਵੀ ਨਹੀਂ ਆਏਗਾ, ਇਹ ਵੀ ਨਹੀਂ ਆਏਗਾ। ਤਾਂ ਅਧਿਕਰਨ ਕਾਰਕ ਆਏਗਾ ਸਾਡੇ ਕੋਲ ਕਮਰੇ ਦੇ ਵਿੱਚ ਬੈਠੋ, ਮਤਲਬ ਵਿੱਚ ਜਾ ਕੇ ਬੈਠੋ, ਵਿੱਚ ਜਾਂ ਉੱਤੇ, ਕੀ ਹੈ ਸਾਡੇ ਕੋਲ? ਇਹ ਅਧਿਕਰਨ ਕਾਰਕ ਹੁੰਦਾ ਹੈ। ਬੀ ਇਸ ਦਾ ਸਾਡੇ ਕੋਲ ਆਨਸਰ ਆ ਜਾਂਦਾ ਹੈ।
ਮੋਹਨ ਪਾਸੋਂ ਚਾਬੀਆਂ ਲੈ ਲੈਣਾ ਵਿੱਚ ਕਿਹੜਾ ਕਾਰਕ ਹੈ? ਹਾਂਜੀ ਦੇਖੋ, ਮੋਹਨ ਦੇ ਕੋਲੋਂ ਤੁਸੀਂ ਕਿਸੇ ਕੋਲ ਚਾਬੀਆਂ ਲੈਣ ਜਾਣਾ ਹੈ, ਤੁਸੀਂ ਅਗਲੇ ਤੋਂ ਉਸ ਦੀਆਂ ਚਾਬੀਆਂ ਲੈ ਆਓਗੇ ਜਾਂ ਆਪਣੀਆਂ ਮਤਲਬ ਜੋ ਵੀ ਹੈ ਚਾਬੀਆਂ ਉਸ ਦੇ ਕੋਲੋਂ ਲੈ ਆਓਗੇ। ਚਾਬੀਆਂ ਉਸ ਤੋਂ ਅਗਲੇ ਬੰਦੇ ਤੋਂ ਅਲੱਗ ਹੋ ਰਹੀਆਂ ਨੇ। ਜਿੱਥੋਂ ਸਾਨੂੰ ਅਲੱਗ ਹੋਣ ਦਾ ਭਾਵ ਆਵੇ ਉਹ ਸਾਨੂੰ ਕੀ ਹੁੰਦਾ ਹੈ? ਅਪਾਦਾਨ। ਠੀਕ ਹੈ, ਉਹ ਹੁੰਦਾ ਸਾਡੇ ਕੋਲ ਅਪਾਦਾਨ। ਤਾਂ ਮਤਲਬ ਕਿ ਇਸ ਨੂੰ ਤੁਸੀਂ ਯਾਦ ਰੱਖ ਸਕਦੇ ਹੋ, ਦਾਨ ਸ਼ਬਦ ਜੋ ਹੈ ਮਤਲਬ ਕਿਸੇ ਨੂੰ ਕੁਝ ਦੇ ਦੇਣਾ, ਉਸ ਤੋਂ ਉਹ ਚੀਜ਼ ਅਲੱਗ ਹੋ ਗਈ, ਅੱਡ ਹੋ ਗਈ। ਠੀਕ ਹੈ, ਤਾਂ ਦਾਨ ਸ਼ਬਦ ਤੋਂ ਤੁਸੀਂ ਇਸ ਨੂੰ ਯਾਦ ਰੱਖ ਸਕਦੇ ਹੋ। ਥੋੜਾ ਜਿਹਾ ਮਤਲਬ ਜੇ ਆਪਾਂ ਨਿਮੋਨਿਕਸ ਲਗਾਉਣ ਦੀ ਕੋਸ਼ਿਸ਼ ਕਰੀਏ ਤਾਂ ਅਪਾਦਾਨ ਕਾਰਕ ਸਾਡੇ ਕੋਲ ਇੱਥੇ ਆ ਜਾਂਦਾ ਹੈ ਸੀ ਆਪਸ਼ਨ। ਮੋਹਨ ਪਾਸੋਂ ਚਾਬੀਆਂ ਲੈ ਲੈਣਾ, ਮੋਹਨ ਤੋਂ ਚਾਬੀਆਂ ਲੈ ਲੈਣਾ, ਮੋਹਨ ਕੋਲੋਂ ਚਾਬੀਆਂ ਲੈ ਲੈਣਾ। ਠੀਕ ਹੈ, ਤਾਂ ਇਸ ਨੂੰ ਤੁਸੀਂ ਮਤਲਬ ਥੋੜਾ ਜਿਹਾ ਅਸੀਂ ਵਾਕ ਨੂੰ ਥੋੜਾ ਜਿਹਾ ਧਿਆਨ ਨਾਲ ਪੜ੍ਹਨਾ ਹੈ ਕਿ ਉਸਦੀ ਸੈਂਸ ਕੀ ਬਣ ਰਹੀ ਹੈ। ਤਾਂ ਸੀ ਆਪਸ਼ਨ ਸਾਡਾ ਆ ਜਾਂਦਾ ਹੈ, ਹੇ ਵਾਹਿਗੁਰੂ ਤੇਰਾ ਸ਼ੁਕਰ ਹੈ। ਵਾਕ ਵਿੱਚ ਕਿਹੜਾ ਕਾਰਕ ਹੈ? ਤਾਂ ਵਾਹਿਗੁਰੂ ਨੂੰ ਸੰਬੋਧਨ ਕੀਤਾ ਗਿਆ ਹੈ, ਹੇ ਵਾਹਿਗੁਰੂ ਤੇਰਾ ਸ਼ੁਕਰ ਹੈ। ਤਾਂ ਇੱਥੇ ਸਾਨੂੰ ਸੰਬੋਧਨ ਕਾਰਕ ਹੈ। ਕਰਮ ਕਾਰਕ ਹੈ? ਨਹੀਂ, ਇੱਥੇ ਕੋਈ ਕਰਮ ਤਾਂ ਮਤਲਬ ਕਰਨ ਦਾ ਹੈ ਨਹੀਂ, ਕੁਝ ਕੰਮ ਤਾਂ ਨਹੀਂ ਹੋ ਰਿਹਾ। ਸੰਪਰਦਾਨ ਕਾਰਕ ਹੈ? ਨਹੀਂ, ਕਿਸੇ ਦੇ ਲਈ ਕਿਸੇ ਦੇ ਵਾਸਤੇ ਕੁਝ ਨਹੀਂ ਕੀਤਾ ਜਾ ਰਿਹਾ ਇੱਥੇ। ਸੰਬੋਧਨ ਕਾਰਕ ਹੈ। ਅਧਿਕਰਨ ਕਾਰਕ ਹੈ। ਅਧਿਕਰਨ ਕਾਰਕ ਸੀ ਕੀ ਸੀ ਸਾਡੇ ਕੋਲ? ਅਧਿਕਰਨ ਉੱਤੇ ਜਾਂ ਫਿਰ ਵਿੱਚ। ਠੀਕ ਹੈ, ਜਿਸ ਤਰ੍ਹਾਂ ਅਸੀਂ ਇੱਥੇ ਕਰਕੇ ਆਏ ਸੀ ਅਧਿਕਰਨ ਵਿੱਚ ਜਾਂ ਉੱਪਰ। ਠੀਕ ਹੈ, ਤਾਂ ਇਸ ਤਰ੍ਹਾਂ ਤੁਸੀਂ ਪਿਛਲਾ ਵੀ ਥੋੜਾ ਜਿਹਾ ਜੇ ਕਦੇ ਕਨਫਿਊਜ਼ਨ ਹੁੰਦੀ ਹੈ ਤਾਂ ਰਿਵਾਈਜ਼ ਨਾਲ ਸਾਰੇ ਕਰਦੇ ਰਹਿਣੇ ਕਿ ਕੀ ਸੀਗੇ। ਤਾਂ ਇੱਥੇ ਸਾਡੇ ਕੋਲ ਆਨਸਰ ਆ ਜਾਏਗਾ ਸੰਬੋਧਨ ਕਾਰਕ ਹੈ, ਹੇ ਵਾਹਿਗੁਰੂ। ਹੇ ਵੀ ਜੋ ਸ਼ਬਦ ਹੈ ਉਹ ਸੰਬੋਧਨ ਦਾ ਹੈ। ਹੇ ਵੇ ਜਿਵੇਂ ਅਰੇ ਤਾਂ ਅਸੀਂ ਪੰਜਾਬੀ 'ਚ ਤਾਂ ਨਹੀਂ ਵਰਤਦੇ। ਠੀਕ ਹੈ, ਨੀ ਵੇ ਇਸ ਤਰ੍ਹਾਂ ਅਸੀਂ ਵਰਤਦੇ ਹਾਂ ਪੰਜਾਬੀ ਦੇ ਵਿੱਚ। ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਆੜਾ ਅਗੇਤਰ ਲਾ ਕੇ ਬਣਿਆ ਹੈ? ਹਾਂਜੀ, ਹੁਣ ਅਗੇਤਰ ਪਿਛੇਤਰ ਦੀ ਅਸੀਂ ਗੱਲ ਕਰੀਏ ਤਾਂ ਬਹੁਤ ਸਾਰੇ ਪੰਜਾਬੀ ਦੇ ਵਿੱਚ ਸ਼ਬਦ ਹਨ, ਕਿਸੇ ਵੀ ਭਾਸ਼ਾ ਦੇ ਵਿੱਚ ਹੁੰਦੇ ਨੇ। ਮਤਲਬ ਮੂਲ ਸ਼ਬਦ ਹੁੰਦਾ ਕੋਈ, ਉਸਦੇ ਅੱਗੇ ਕੋਈ ਸ਼ਬਦ ਲਗਾ ਕੇ ਜੇ ਕੋਈ ਮਤਲਬ ਨਵਾਂ ਸ਼ਬਦ ਬਣ ਜਾਏ ਜਿਸ ਦਾ ਅਰਥ ਬਿਲਕੁਲ ਹੀ ਅਲੱਗ ਹੋਵੇ ਤਾਂ ਉਸਨੂੰ ਅਸੀਂ ਕਹਿੰਦੇ ਹਾਂ ਅਗੇਤਰ। ਅੱਗੇ ਲੱਗਣ ਵਾਲੇ ਅਗੇਤਰ। ਜੇ ਮੂਲ ਸ਼ਬਦ ਦੇ ਪਿੱਛੇ ਲੱਗ ਕੇ ਕੋਈ ਸ਼ਬਦ ਬਣਿਆ ਹੈ ਉਸਨੂੰ ਅਸੀਂ ਕਹਿੰਦੇ ਹਾਂ ਪਿਛੇਤਰ। ਮੂਲ ਸ਼ਬਦ ਕੀ ਹੁੰਦਾ ਹੈ? ਜਿਹੜਾ ਮਤਲਬ ਕਿਸੇ ਤੋਂ ਉਤਪੰਨ ਨਹੀਂ ਹੋਇਆ, ਜਿਸ ਦੀ ਮਤਲਬ ਆਪਦੀ ਇੱਕ ਐਗਜ਼ਿਸਟੈਂਸ ਹੈ। ਠੀਕ ਹੈ, ਉਹ ਕਿਸੇ ਦੇ ਅੱਗੇ ਪਿੱਛੇ ਲੱਗ ਕੇ ਜਾਂ ਕਿਸੇ ਤੋਂ ਨਹੀਂ ਆਇਆ, ਉਸਦੀ ਆਪਣੀ ਇੱਕ ਰੀਅਲ ਐਗਜ਼ਿਸਟੈਂਸ ਹੈ, ਆਪਦਾ ਉਹਦਾ ਇੱਕ ਮੀਨਿੰਗ ਹੈ। ਠੀਕ ਹੈ, ਜਿਸ ਤਰ੍ਹਾਂ ਅਸੀਂ ਕਰਦੇ ਹਾਂ ਸਪੁੱਤਰ। ਤਾਂ ਪੁੱਤਰ ਸ਼ਬਦ ਇੱਥੇ ਮੂਲ ਸ਼ਬਦ ਹੈ, ਇਸ ਦੇ ਅੱਗੇ ਲੱਗ ਗਿਆ ਹੈ ਅਗੇਤਰ ਸਾਡੇ ਕੋਲ ਸੱਸਾ। ਠੀਕ ਹੈ, ਤਾਂ ਸਪੁੱਤਰ ਮਤਲਬ ਜੋ ਵਧੀਆ ਚੰਗਾ ਪੁੱਤਰ ਹੋਵੇ। ਤਾਂ ਇਹ ਹੁੰਦੇ ਨੇ ਸਾਡੇ ਕੋਲ ਅਗੇਤਰ। ਜੇ ਅਸੀਂ ਇਸ ਦਾ ਅਗੇਤਰ ਬਦਲ ਦਈਏ, ਕੱਕਾ ਲਗਾ ਦਈਏ ਇੱਥੇ ਸੱਸੇ ਦੀ ਥਾਂ ਤੇ, ਤਾਂ ਉਹ ਕੀ ਬਣ ਜਾਏਗਾ? ਮਾੜਾ, ਕਪੁੱਤਰ। ਠੀਕ ਹੈ, ਤਾਂ ਇਸੇ ਤਰ੍ਹਾਂ ਅਸੀਂ ਹੋਰ ਵੀ ਕਰ ਸਕਦੇ ਹਾਂ, ਜਿਸ ਤਰ੍ਹਾਂ ਅਧਵਾਟੇ। ਅਧਵਾਟੇ ਦੇ ਵਿੱਚ ਜਿਸ ਤਰ੍ਹਾਂ ਇਹ ਸ਼ਬਦ ਹੈ ਅਧਵਾਟੇ, ਵਾਟ ਹੁੰਦਾ ਹੈ ਰਸਤਾ, ਰਾਹ। ਤਾਂ ਅਧਵਾਟੇ ਮਤਲਬ ਅੱਧ ਵਿਚਕਾਰ। ਠੀਕ ਹੈ, ਕਈ ਵਾਰੀ ਬਹੁਤ ਵਾਰੀ ਤੁਸੀਂ ਇਹ ਗਾਣਿਆਂ ਦੇ ਵਿੱਚ ਸ਼ਬਦ ਸੁਣਿਆ ਹੋਏਗਾ, ਅਧਵਾਟੇ ਮਤਲਬ ਕਿ ਰਹਿ ਗਿਆ ਕੰਮ, ਜਾਂ ਅਧਵਾਟੇ ਛੁੱਟ ਗਿਆ। ਤਾਂ ਮਤਲਬ ਵਿਚਕਾਰ ਹੀ ਰਹਿ ਗਿਆ, ਅੱਧੇ ਰਸਤੇ ਹੀ ਉਹ ਕੰਮ ਰਹਿ ਗਿਆ। ਅੱਧ ਮਤਲਬ ਵਿਚਕਾਰ। ਅੱਧ ਵਾਟੇ, ਅੱਧ ਪਲਸ ਵਾਟੇ। ਤਾਂ ਇੱਥੇ ਜੋ ਸਾਡੇ ਕੋਲ ਅਗੇਤਰ ਹੈ ਉਹ ਹੈ ਅੱਧ। ਦੂਸਰਾ ਹੈ ਸਾਡੇ ਕੋਲ ਅਪਕੀਰਤ। ਅਪ ਜੋ ਸ਼ਬਦ ਹੁੰਦਾ ਹੈ ਉਹ ਮਤਲਬ ਮਾੜੀ ਸੈਂਸ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ। ਅਪ ਮਤਲਬ ਬੁਰਾ, ਜਿਸ ਤਰ੍ਹਾਂ ਅਪਮਾਨ ਮਤਲਬ ਕਿਸੇ ਦੀ ਮਤਲਬ ਕਿ ਇਨਸਲਟ ਕਰਨਾ, ਅਪਮਾਨ ਕਰਨਾ। ਅਪ ਪਲਸ ਮਾਨ, ਇੱਥੇ ਆ ਜਾਂਦਾ ਸਾਡੇ ਕੋਲ ਅਗੇਤਰ ਅਪ। ਤਾਂ ਅਣਪਛਾਤਾ। ਅਣਪਛਾਤਾ ਮਤਲਬ ਜੋ ਮਤਲਬ ਜਿਸ ਨੂੰ ਅਸੀਂ ਜਾਣਦੇ ਨਾ ਹੋਈਏ, ਜਿਹੜਾ ਪਹਿਚਾਨ ਨਾ ਆਵੇ ਸਾਨੂੰ, ਜਿਸ ਨੂੰ ਅਸੀਂ ਜਾਣਦੇ ਹੀ ਨਹੀਂ। ਅਣ ਪਲਸ ਪਛਾਤਾ, ਅਣਪਛਾਤਾ। ਅਣਜਾਣ। ਅਣਜਾਣ ਵੀ ਕਿਸ ਤਰ੍ਹਾਂ ਬਣਿਆ ਹੋਇਆ ਹੈ? ਅਣ ਪਲਸ ਜਾਣ। ਜਾਣ ਮਤਲਬ ਜਿਸ ਨੂੰ, ਅਣਜਾਣ ਮਤਲਬ ਜਿਸ ਨੂੰ ਅਸੀਂ ਜਾਣਦੇ ਨਹੀਂ। ਰਾਈਟ, ਤਾਂ ਇੱਕੋ ਹੀ ਅਗੇਤਰ ਲਗਾ ਕੇ ਬਹੁਤ ਸਾਰੇ ਸ਼ਬਦਾਂ ਦੇ ਵਿੱਚ ਅਲੱਗ ਉਹਨਾਂ ਦੇ ਅਰਥ ਬਣ ਜਾਂਦੇ ਨੇ। ਅਣਜਾਣ, ਅਣਪਛਾਤਾ, ਅਣਭੋਲ,
ठीक है। इस तरह ਅਸੀਂ ਅਲੱਗ-ਅਲੱਗ ਸ਼ਬਦ ਬਣਾ ਸਕਦੇ ਹਾਂ। ਹਾਂਜੀ, ਹੁਣ ਲਾਸਟ ਸ਼ਬਦ ਰਹਿ ਗਿਆ ਸਾਡੇ ਕੋਲ ਅਨਾਥ। ਇਹ ਸ਼ਬਦ ਕਿਸ ਤਰ੍ਹਾਂ ਬਣਿਆ ਹੋਇਆ ਹੈ? ਆੜਾ ਪਲਸ ਨਾਥ, ਅ ਪਲਸ ਨਾਥ। ਅ ਵੀ ਕਿਸੇ ਸ਼ਬਦ ਨੂੰ ਮਤਲਬ ਕਿ ਰਹਿਤ, ਆੜੇ ਦਾ ਮਤਲਬ ਹੁੰਦਾ ਹੈ ਰਹਿਤ, ਕਿਸੇ ਉਸ ਚੀਜ਼ ਤੋਂ ਬਿਨਾ। ਅਨਾਥ ਮਤਲਬ ਨਾਥ ਤੋਂ ਬਿਨਾ। ਅਨਾਥ ਦਾ ਮਤਲਬ ਤਾਂ ਤੁਹਾਨੂੰ ਪਤਾ ਹੀ ਹੈ। ਤਾਂ ਆੜਾ ਕਿਸੇ ਵੀ ਸ਼ਬਦ ਦੇ ਅੱਗੇ ਲੱਗ ਕੇ ਉਸਨੂੰ ਉਸ ਤੋਂ ਰਹਿਤ ਬਣਾ ਦਿੰਦਾ ਹੈ। ਠੀਕ ਹੈ। ਜਿਸ ਤਰ੍ਹਾਂ ਅਸਹਿ, ਅਸਹਿ, ਆੜਾ ਪਲਸ ਸਹਿ, ਇਹ ਕਿਸ ਤਰ੍ਹਾਂ ਬਣਿਆ ਹੋਇਆ ਹੈ? ਆੜਾ ਪਲਸ ਸਹਿ। ਸਹਿ ਮਤਲਬ ਜੋ ਅਸੀਂ ਸਹਿ, ਮਤਲਬ ਸਹਿ ਤਾਂ ਤੁਹਾਨੂੰ ਪਤਾ ਹੀ ਹੈ, ਸਹਿਨਯੋਗ। ਅਸਹਿ ਮਤਲਬ ਜੋ ਸਹਿਆ ਨਾ ਜਾ ਸਕੇ, ਜੋ ਬਰਦਾਸ਼ਤ ਨਾ ਕੀਤਾ ਜਾ ਸਕੇ। ਅਕਹਿ, ਅਕਹਿ ਵੀ ਪੰਜਾਬੀ ਦਾ ਸ਼ਬਦ ਹੁੰਦਾ ਜਿਹੜੇ ਆ ਮਤਲਬ ਕਹੀ ਨਹੀਂ ਗਈ ਗੱਲ। ਠੀਕ ਹੈ। ਤਾਂ ਇਸ ਤਰ੍ਹਾਂ ਤੁਸੀਂ ਇਹ ਥੋੜ੍ਹਾ ਜਿਹਾ ਧਿਆਨ ਦੇ ਨਾਲ ਕਰ ਸਕਦੇ ਹੋ। ਤਾਂ ਕਿਹੜਾ ਸ਼ਬਦ ਆੜਾ ਅਗੇਤਰ ਲਾ ਕੇ ਬਣਿਆ ਹੈ? ਉਹ ਹੈ ਸਾਡਾ ਅਨਾਥ। ਡੀ ਸਾਡਾ ਆਪਸ਼ਨ ਆ ਜਾਏਗਾ ਆਨਸਰ, ਅਨਾਥ। ਨਿਸੰਗ ਸ਼ਬਦ ਦਾ ਅਗੇਤਰ ਦੱਸੋ। ਨਿਸੰਗ। ਤਾਂ ਦੇਖੋ, ਸੰਗ ਜੋ ਸ਼ਬਦ ਹੈ ਉਸਦੇ ਵੀ ਸਾਡੇ ਕੋਲ ਦੋ ਵੀ ਅਰਥ ਹਨ। ਸੰਗ ਹੁੰਦਾ ਹੈ ਨਾਲ ਚੱਲਣਾ, ਸੰਗ ਮਤਲਬ ਨਾਲ ਹੁੰਦਾ ਹੈ, ਸਾਥ। ਦੂਸਰਾ ਹੁੰਦਾ ਹੈ ਸੰਗ, ਸ਼ਰਮ ਨੂੰ ਵੀ ਕਹਿ ਦਿੰਦੇ ਆ, ਸ਼ਰਮ ਨੂੰ, ਸੰਦੇਹ ਨੂੰ। ਤਾਂ ਇੱਥੇ ਨਿਸੰਗ ਸ਼ਬਦ ਦਾ ਜੋ ਅਰਥ ਹੈ ਉਹ ਹੈ ਨਿਰਸੰਦੇਹ, ਮਤਲਬ ਬਿਨਾਂ ਕਿਸੇ ਸੰਗ ਤੋਂ, ਬਿਨਾਂ ਕਿਸੇ ਸ਼ਰਮ ਤੋਂ, ਬਿਨਾਂ ਕਿਸੇ ਡਰ ਤੋਂ, ਮਤਲਬ ਫੀਅਰਲੈਸ ਜਿਸ ਨੂੰ ਅਸੀਂ ਕਹਿੰਦੇ ਹਾਂ। ਨਿਸੰਗ ਸ਼ਬਦ, ਨੀ ਜੋ ਸ਼ਬਦ ਹੈ ਉਹ ਵੀ ਕਿਸੇ ਸ਼ਬਦ ਦੇ ਅੱਗੇ ਲੱਗ ਕੇ ਉਸਨੂੰ ਨੈਗੇਟਿਵ ਬਣਾ ਦਿੰਦਾ, ਮਤਲਬ ਨਾਵਾਚਕ ਬਣਾ ਦਿੰਦਾ। ਨੈਗੇਟਿਵ ਤਾਂ ਹਰ ਵਾਰੀ ਨਹੀਂ, ਨਿਸੰਗ ਮਤਲਬ ਨਾਵਾਚਕ, ਫੀਅਰਲੈਸ। ਤਾਂ ਇੱਥੇ ਜੋ ਸਾਡੇ ਕੋਲ ਅਗੇਤਰ ਲੱਗਿਆ ਹੋਇਆ ਹੈ ਉਹ ਹੈ ਨਿਸ ਹੈ, ਨਹੀਂ ਨਿਰ। ਨਿਰ ਵੀ ਕੀ ਹੈ? ਇਹ ਨਾਵਾਚਕ ਬਣਾ ਦਿੰਦਾ ਹੈ, ਨਿਸ਼ ਜਾਂ ਨੀ। ਇੱਥੇ ਸਾਡੇ ਕੋਲ ਜੋ ਅਗੇਤਰ ਹੈ ਉਹ ਹੈ ਨੀ। ਇਸ ਤਰ੍ਹਾਂ ਦੇ ਹੋਰ ਸ਼ਬਦ ਕੀ ਬਣ ਸਕਦੇ ਨੇ, ਤੁਸੀਂ ਇਹ ਥੋੜ੍ਹੀ ਜਿਹੀ ਕੋਸ਼ਿਸ਼ ਕਰਨੀ ਹੈ। ਠੀਕ ਹੈ ਜੀ। ਤਾਂ ਅੱਗੇ ਚੱਲਦੇ ਹਾਂ। ਸਮਦਰਸ਼ੀ ਸ਼ਬਦ ਦਾ ਅਗੇਤਰ ਦੱਸੋ। ਸਮਦਰਸ਼ੀ, ਸਮ ਜੋ ਸ਼ਬਦ ਹੁੰਦਾ ਹੈ ਉਸ ਦਾ ਜੋ ਮੀਨਿੰਗ ਹੁੰਦਾ ਹੈ ਉਹ ਹੁੰਦਾ ਹੈ ਬਰਾਬਰ। ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਸਮਤਲ, ਤਲ ਮਤਲਬ ਸਰਫੇਸ, ਸਮ ਮਤਲਬ ਬਰਾਬਰ, ਜੋ ਬਿਲਕੁਲ ਪਲੇਨ ਸਰਫੇਸ ਹੋਵੇ, ਜੋ ਮਤਲਬ ਉੱਚਾ ਨੀਵਾਂ ਨਾ ਹੋਵੇ। ਸਮਤਲ, ਤਲਾ ਜਿਸ ਦਾ ਬਰਾਬਰ ਹੋਵੇ। ਤਾਂ ਸਮਕਾਲੀ, ਜਿਸ ਤਰ੍ਹਾਂ ਅਸੀਂ ਪੰਜਾਬੀ ਦੇ ਵਿੱਚ ਪੜ੍ਹਦੇ ਹਾਂ, ਹਿਸਟਰੀ ਦੇ ਵਿੱਚ ਪੜ੍ਹਦੇ ਹਾਂ, ਸਮਕਾਲੀ। ਸਮਕਾਲੀ, ਕਾਲੀ ਮਤਲਬ ਸਮਾਂ, ਸਮੇਂ ਤੋਂ ਅਸੀਂ ਲਿੱਤਾ ਹੈ, ਐਂਡ ਸਮ ਮਤਲਬ ਬਰਾਬਰ, ਜੋ ਇੱਕੋ ਹੀ ਸਮੇਂ ਦੇ ਹੋਣ। ਸਮਕਾਲੀ। ਤਾਂ ਸਮਦਰਸ਼ੀ ਸ਼ਬਦ ਦਾ ਅਗੇਤਰ ਜੇ ਸਾਨੂੰ ਪੁੱਛਦੇ ਹਨ, ਸਮਦਰਸ਼ੀ, ਦਰਸ਼ੀ ਹੁੰਦਾ ਹੈ ਦੇਖਣ ਵਾਲਾ, ਅਸੀਂ ਕਹਿ ਸਕਦੇ ਹਾਂ। ਸਮਦਰਸ਼ੀ ਮਤਲਬ ਜੋ ਸਾਰਿਆਂ ਨੂੰ ਬਰਾਬਰ ਸਮਝੇ, ਬਰਾਬਰ ਦੇਖੇ। ਠੀਕ ਹੈ। ਤਾਂ ਇੱਥੇ ਸਾਡੇ ਕੋਲ ਜੋ ਅਗੇਤਰ ਹੈ ਉਹ ਸੱਸਾ ਆਏਗਾ, ਨਹੀਂ। ਦਰਸ਼ੀ ਨਹੀਂ, ਸਮ। ਸਾਡੇ ਕੋਲ ਜੋ ਅਗੇਤਰ ਹੈ, ਜੋ ਅੱਗੇ ਲੱਗਿਆ ਹੋਇਆ ਸ਼ਬਦ ਹੈ ਉਹ ਹੈ ਸਮ, ਸਮਦਰਸ਼ੀ। ਅਪਕਾਜ ਸ਼ਬਦ ਦਾ ਅਗੇਤਰ ਦੱਸੋ। ਹਾਂਜੀ, ਅਪਕਾਜ। ਪਹਿਲਾਂ ਤਾਂ ਕਾਜ ਜੋ ਸ਼ਬਦ ਹੁੰਦਾ ਹੈ ਉਸ ਦਾ ਮੀਨਿੰਗ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਕਾਜ ਹੁੰਦਾ ਹੈ ਕੰਮ ਕਰਨਾ, ਕੋਈ ਵੀ ਕੰਮ ਜੋ ਵੀ ਚੰਗਾ ਮਤਲਬ ਕੰਮ ਦੇ ਨਾਲ ਆਉਂਦਾ ਹੈ, ਜੋ ਵੱਡਾ ਕੰਮ ਹੁੰਦਾ ਹੈ ਉਸਨੂੰ ਅਸੀਂ ਪੰਜਾਬੀ ਦੇ ਵਿੱਚ ਕਾਜ ਕਹਿ ਦਿੰਦੇ ਹਾਂ, ਕਾਰਜ ਵੀ ਕਹਿ ਦਿੰਦੇ ਹਾਂ। ਤਾਂ ਅਪਕਾਜ ਸ਼ਬਦ ਦਾ ਅਗੇਤਰ ਦੱਸੋ। ਅਪ ਜਦੋਂ ਕਿਸੇ ਸ਼ਬਦ ਦੇ ਅੱਗੇ ਲੱਗ ਗਿਆ ਉਸਨੂੰ ਨੈਗੇਟਿਵ ਬਣਾ ਦੇਗਾ। ਅਪ ਮਤਲਬ ਬੁਰਾ, ਅਪਕਾਜ ਮਤਲਬ ਬੁਰਾ ਕਾਜ, ਬੁਰਾ ਕੰਮ। ਤਾਂ ਅਗੇਤਰ ਕੀ ਹੈ ਇੱਥੇ ਸਾਡੇ ਕੋਲ? ਅਪ। ਠੀਕ ਹੈ ਜੀ। ਥੋੜ੍ਹਾ ਜਿਹਾ ਸ਼ਬਦ ਜਿਹੜੇ ਅਗੇਤਰ ਦੇ ਤੌਰ 'ਤੇ ਵਰਤੇ ਜਾਂਦੇ ਹਨ ਉਹਨਾਂ ਨੂੰ ਅਸੀਂ ਧਿਆਨ ਨਾਲ ਥੋੜ੍ਹਾ ਜਿਹਾ ਰੀਡ ਕਰ ਸਕਦੇ ਹਾਂ, ਪੜ੍ਹ ਸਕਦੇ ਹਾਂ। ਉਹਨਾਂ ਦੇ ਸ਼ਬਦ ਅਸੀਂ, ਉਹਨਾਂ ਦੇ ਅਰਥ ਸਾਨੂੰ ਜੇ ਯਾਦ ਹੋਣਗੇ ਤਾਂ ਆਪਣੇ ਆਪ ਹੀ ਅਸੀਂ ਨਵਾਂ ਜੋ ਸ਼ਬਦ ਬਣਦਾ ਹੈ ਅਗੇਤਰ ਲਗਾ ਕੇ ਜਾਂ ਪਿਛੇਤਰ ਲਗਾ ਕੇ, ਉਸ ਦਾ ਮਤਲਬ ਸਾਨੂੰ ਆਸਾਨੀ ਨਾਲ ਆ ਜਾਂਦਾ ਹੈ ਅਤੇ ਉਸਨੂੰ ਯਾਦ ਰੱਖਣਾ ਵੀ ਥੋੜ੍ਹਾ ਜਿਹਾ ਈਜ਼ੀ ਹੁੰਦਾ ਹੈ। ਅਪਕਾਜ ਸ਼ਬਦ ਦਾ ਅਗੇਤਰ ਆ ਗਿਆ ਸਾਡੇ ਕੋਲ ਅਪ। ਠੀਕ ਹੈ। ਅਪਮਾਨ ਅਸੀਂ ਡਿਸਕਸ ਕਰ ਹੀ ਚੁੱਕੇ ਹਾਂ, ਰਾਈਟ। ਤਾਂ ਅੱਗੇ ਚੱਲਦੇ ਹਾਂ। ਪਿਛਾੜੀ ਸ਼ਬਦ ਦਾ ਪਿਛੇਤਰ ਦੱਸੋ। ਪਿਛਾੜੀ ਸ਼ਬਦ ਜੋ ਹੁੰਦਾ ਹੈ, ਅਗਾੜੀ, ਪਿਛਾੜੀ। ਤਾਂ ਪਿੱਛ ਪਲਸ ਆੜੀ, ਇਹ ਸ਼ਬਦ ਬਣਿਆ ਹੋਇਆ ਹੈ ਪਿੱਛ ਪਲਸ ਆੜੀ। ਪਿੱਛੇ ਜੋ ਪਿਛੇਤਰ ਜੋ ਲੱਗਿਆ ਹੋਇਆ ਹੈ ਉਹ ਹੁੰਦਾ ਸਾਡੇ ਕੋਲ ਆੜੀ। ਆੜੇ ਨੂੰ ਕੰਨਾ, ਅੜਾੜੇ ਨੂੰ ਬਿਆਰੀ। ਤਾਂ ਇੱਥੇ ਪਿਛੇਤਰ ਹੈ ਸਾਡੇ ਕੋਲ ਆੜੀ। ਪੀ ਨਹੀਂ, ਇਹ ਵੀ ਨਹੀਂ ਹੈ, ਇਹ ਵੀ ਨਹੀਂ ਹੈ। ਤਾਂ ਬੀ ਸਾਡਾ ਆਪਸ਼ਨ ਰਾਈਟ ਆਂਸਰ ਬਣ ਜਾਏਗਾ।
ਕਿਰਪਾਲੂ ਸ਼ਬਦ ਦਾ ਪਿਛੇਤਰ ਦੱਸੋ। ਕਿਰਪਾ ਪਲਸ ਲੂ, ਸ਼ਰਧਾ ਪਲਸ ਲੂ, ਤਾਂ ਕਿਰਪਾਲੂ ਕਿਰਪਾ ਕਰਨ ਵਾਲਾ, ਸ਼ਰਧਾ ਸ਼ਰਧਾ ਰੱਖਣ ਵਾਲਾ। ਤਾਂ ਇਹਨਾਂ ਦੇ ਪਿੱਛੇ ਜੋ ਅਸੀਂ ਪਿਛੇਤਰ ਲਗਾਉਂਦੇ ਹਾਂ ਉਹ ਹੈ ਲੱਲੇ ਨੂੰ ਦੁਲੈਂਕੜ ਲੂ। ਕਿਰਪਾਲੂ ਸ਼ਬਦ ਦਾ ਪਿਛੇਤਰ ਕੀ ਹੈ ਸਾਡੇ ਕੋਲ? ਲੂ, ਰਾਈਟ। ਤਾਂ ਬੀ ਆਨਸਰ ਆ ਜਾਂਦਾ ਸਾਡਾ। ਘੋੜੇ ਉੱਤੇ ਕਾਠੀ ਪਾਓ ਵਿੱਚ ਕਾਰਕ ਦੀ ਕਿਹੜੀ ਕਿਸਮ ਹੈ? ਹਾਂਜੀ, ਇਸ ਨੂੰ ਤੁਸੀਂ ਥੋੜਾ ਜਿਹਾ ਧਿਆਨ ਨਾਲ ਪੜ੍ਹਨਾ ਹੈ, ਸਮਝਣਾ ਹੈ, ਤਾਂ ਤੁਸੀਂ ਆਪਣੇ ਆਪ ਇਸ ਦਾ ਆਨਸਰ ਦੇਣਾ ਹੈ। ਬਹੁਤ ਅਸੀਂ ਮਤਲਬ ਹੁਣ ਤਾਂ ਕਾਫੀ ਡਿਸਕਸ ਕਰ ਚੁੱਕੇ ਹਾਂ। ਘੋੜੇ ਉੱਤੇ ਕਾਠੀ ਪਾਓ, ਤਾਂ ਕਾਠੀ ਅਸੀਂ ਘੋੜੇ ਦੇ ਉੱਤੇ ਰੱਖਣੀ ਹੈ, ਉੱਪਰ ਰੱਖਣੀ ਹੈ ਉਹਦੇ। ਤਾਂ ਕਿਹੜਾ ਸ਼ਬਦ ਹੈ ਜਿਹੜਾ ਸਾਨੂੰ, ਇਹ ਘੋੜਾ ਕੀ ਹੋ ਗਿਆ? ਨਾਮ ਹੋ ਗਿਆ, ਠੀਕ ਹੈ। ਤਾਂ ਇਸ ਵਾਕ ਦੇ ਵਿੱਚ ਹੋਰ ਨਾਮ ਕਿਹੜਾ ਹੈ? ਦੇਖੋ ਇਹ ਹੋ ਗਿਆ ਸਾਡੇ ਕੋਲ ਘੋੜਾ, ਤਾਂ ਨਾਮ ਮੇਨ ਜੋ ਹੋ ਗਿਆ। ਉਸ ਤੋਂ ਬਾਅਦ ਦੂਸਰਾ ਨਾਮ ਆ ਜਾਂਦਾ ਸਾਡੇ ਕੋਲ ਕਾਠੀ, ਠੀਕ ਹੈ। ਤਾਂ ਉਸ ਤੋਂ ਇਲਾਵਾ ਜੇ ਤੁਹਾਨੂੰ ਪਤਾ ਨਹੀਂ ਚੱਲਦਾ ਕਿ ਇਸ ਦੇ ਵਿੱਚ ਸੰਬੰਧਕ ਕਿਹੜਾ ਹੋਊਗਾ, ਸੰਬੰਧਕ ਦੀ ਤਾਂ ਮਤਲਬ ਹੈ ਕਿ ਨਾਂਵ ਜਾਂ ਪੜਨਾਂਵ ਤੋਂ ਬਾਅਦ ਵਾਲਾ ਜਿਹੜਾ ਸ਼ਬਦ ਹੁੰਦਾ ਉਹ ਸਾਡੇ ਕੋਲ ਸੰਬੰਧਕ ਹੁੰਦਾ। ਜੇ ਸਾਨੂੰ ਸੰਬੰਧਕ ਪੁੱਛਿਆ ਗਿਆ, ਜੇ ਸਾਨੂੰ ਕਾਰਕ ਪੁੱਛਿਆ ਗਿਆ, ਤਾਂ ਤੁਸੀਂ ਜੇ ਤੁਹਾਨੂੰ ਯਾਦ ਨਹੀਂ ਆਉਂਦਾ ਜਾਂ ਸਮਝ ਨਹੀਂ ਆ ਰਿਹਾ, ਤਾਂ ਤੁਸੀਂ ਦੇਖਣਾ ਹੈ ਕਿ ਨਾਂਵ ਜਾਂ ਪੜਨਾਂਵ ਤੋਂ ਬਿਨਾਂ ਕਿਹੜਾ ਸ਼ਬਦ ਵਾਕ ਦੇ ਵਿੱਚ ਹੈ, ਠੀਕ ਹੈ। ਹੁਣ ਦੇਖੋ ਪਾਓ ਤਾਂ ਕੋਈ ਕਾਰਕ ਨਹੀਂ ਹੈ, ਪਾਓ ਤਾਂ ਇਹ ਕਿਰਿਆ ਹੈ। ਘੋੜੇ ਉੱਤੇ ਕਾਠੀ ਪਾਓ, ਤਾਂ ਇੰਨਾ ਤਾਂ ਸਾਨੂੰ ਸਮਝ ਹੋਣੀ ਚਾਹੀਦੀ। ਤਾਂ ਬਾਕੀ ਜਿਹੜਾ ਸ਼ਬਦ ਬਚਿਆ ਉਹ ਹੈ ਉੱਤੇ। ਉੱਤੇ ਸਾਡੇ ਕੋਲ ਕਾਰਕ ਹੈ, ਕਾਰਕ ਦਾ ਚਿੰਨ੍ਹ ਹੈ। ਤਾਂ ਫਿਰ ਅਸੀਂ ਦੱਸਣਾ ਕਿ ਇਹ ਕਾਰਕ ਹੈ ਕਿਹੜਾ, ਕਾਰਕ ਦੀ ਕਿਸਮ ਦੱਸੋ। ਹੁਣ ਇਹ ਕਰਤਾ ਕਾਰਕ ਹੈ? ਨਹੀਂ ਹੈ। ਕਰਮ ਹੈ? ਕਰਮ ਤਾਂ ਕੰਮ ਹੁੰਦਾ ਹੈ, ਇਹ ਨਹੀਂ ਹੈ, ਇਹ ਕੋਈ ਕੰਮ ਨਹੀਂ ਮਤਲਬ ਹੈ ਉੱਤੇ। ਤਾਂ ਕਰਨ ਹੁੰਦਾ ਕਿ ਜਿਹਦੇ ਨਾਲ ਕੀਤਾ ਜਾਂਦਾ ਹੈ। ਤਾਂ ਅਧਿਕਰਨ ਤੇ ਜੇ ਅਸੀਂ ਆਈਏ ਤਾਂ ਅਧਿਕਰਨ ਵਿੱਚ ਜਾਂ ਉੱਤੇ, ਠੀਕ ਹੈ। ਤਾਂ ਇਹ ਥੋੜਾ ਜਿਹਾ ਤੁਸੀਂ ਦੇਖਣਾ ਹੈ, ਅਧਿਕਰਨ ਉੱਤੇ। ਅਪਾਦਾਨ ਅਸੀਂ ਯਾਦ ਕਰ ਲਿਆ ਕਿ ਦਾਨ ਜਿਹੜੀ ਚੀਜ਼ ਦੇਤੀ ਉਹ ਅਲੱਗ ਹੋ ਗਈ, ਤਾਂ ਅਪਾਦਾਨ। ਸੰਪਰਦਾਨ ਤਾਂ ਕਿਸੇ ਦੇ ਲਈ, ਪ੍ਰਦਾਨ ਜਿਸ ਨੂੰ ਅਸੀਂ ਕਰਤਾ, ਠੀਕ ਹੈ। ਪ੍ਰਦਾਨ ਮਤਲਬ ਪ੍ਰਦਾਨ ਕਿਸੇ ਦੇ ਲਈ ਕਰਨਾ। ਤਾਂ ਸੰਬੋਧਨ ਵੀ ਸਾਨੂੰ ਪਤਾ ਹੈ, ਸੰਬੰਧ ਵੀ ਸਾਨੂੰ ਪਤਾ, ਤਾਂ ਸਾਨੂੰ ਥੋੜਾ ਜਿਹਾ ਨਿਮੋਨਿਕਸ ਲਗਾ ਕੇ ਅਸੀਂ ਥੋੜਾ ਜਿਹਾ ਇਹ ਕਰ ਚੁੱਕੇ ਹਾਂ। ਤਾਂ ਇਹ ਹੋ ਗਿਆ ਸਾਡੇ ਕੋਲ ਘੋੜੇ ਉੱਤੇ ਕਾਠੀ ਪਾਓ, ਅਧਿਕਰਨ ਕਾਰਕ, ਸੀ ਆਪਸ਼ਨ। ਤਾਂ ਇਸ ਤਰ੍ਹਾਂ ਈਜ਼ੀਲੀ ਅਸੀਂ ਇਹਨਾਂ ਕੁਐਸਚਨਸ ਨੂੰ ਅਟੈਂਪਟ ਕਰ ਸਕਦੇ ਹਾਂ। ਉਸ ਤੋਂ ਬਾਅਦ ਹੈ ਖੂਹ ਵਿੱਚੋਂ ਪਾਣੀ ਕੱਢਿਆ। ਹੁਣ ਖੂਹ ਦੇ ਵਿੱਚੋਂ ਅਸੀਂ ਪਾਣੀ ਕੱਢਿਆ, ਹੁਣ ਪਾਣੀ ਨੂੰ ਅਸੀਂ ਖੂਹ ਤੋਂ ਅਲੱਗ ਕਰਤਾ, ਠੀਕ ਹੈ। ਤਾਂ ਪਾਣੀ ਖੂਹ ਦੇ ਵਿੱਚੋਂ ਕੱਢ ਕੇ ਉਸ ਨੂੰ ਮਤਲਬ ਥੋੜਾ ਜਿਹਾ ਅਲੱਗ ਹੋਣ ਦਾ ਭਾਵ ਇਸ ਤੋਂ ਸਾਨੂੰ ਆ ਰਿਹਾ ਹੈ। ਤਾਂ ਇੱਥੇ ਸਾਡੇ ਕੋਲ ਆਏਗਾ ਅਪਾਦਾਨ ਕਾਰਕ। ਅਪਾਦਾਨ ਮਤਲਬ ਅਲੱਗ ਕਰ ਦੇਣਾ। ਉਸ ਦੇ ਸਿਰ ਤੋਂ ਟੋਪੀ ਲਾ ਲਓ, ਤਾਂ ਤੋਂ ਸ਼ਬਦ ਕੀ ਦੱਸਦਾ ਸਾਨੂੰ? ਮਤਲਬ ਅਪਾਦਾਨ ਕਾਰਕ ਦੱਸਦਾ ਹੈ, ਅਲੱਗ ਕਰ ਦਿਓ। ਉਸਦੇ ਸਿਰ ਤੋਂ ਟੋਪੀ ਅਲੱਗ ਕਰਾਂਗੇ ਆਪਾਂ। ਤਾਂ ਇਸ ਤਰ੍ਹਾਂ ਥੋੜਾ ਜਿਹਾ ਤੁਸੀਂ ਇਹ ਕਰ ਸਕਦੇ ਹੋ। ਅਪਾਦਾਨ ਕਾਰਕ ਸਾਡੇ ਕੋਲ ਇਸ ਦਾ ਆਨਸਰ ਆਏਗਾ। ਕੁੜੀਏ ਕੋਈ ਕੰਮ ਕਰ ਵਿੱਚ ਕਾਰਕ ਦੀ ਕਿਹੜੀ ਕਿਸਮ ਹੈ? ਕੁੜੀਏ ਕੋਈ ਕੰਮ ਕਰ, ਤਾਂ ਇਹ ਸੰਬੋਧਨ ਹੈ। ਕੁੜੀ ਨੂੰ ਕਿਸੇ ਨੂੰ ਸੰਬੋਧਨ ਕੀਤਾ ਗਿਆ ਹੈ, ਕੁੜੀਏ ਕੋਈ ਕੰਮ ਕਰ। ਹੁਣ ਦੇਖੋ ਜੇ ਅਸੀਂ ਸੰਬੋਧਨ ਕਾਰਕ ਦੀ ਅਸੀਂ ਪਿੱਛੇ ਕਰਕੇ ਆਏ ਹਾਂ ਕਿ ਦੋ ਕਿਸਮਾਂ ਦੇ ਵਿੱਚ ਹੁੰਦਾ, ਇੱਕ ਤਾਂ ਵਿਸਮਿਕ ਹੁੰਦਾ ਹੈ, ਦੂਸਰਾ ਹੁੰਦਾ ਸਾਡਾ ਪਿਛੇਤਰ ਲਗਾ ਕੇ। ਪਿਛੇਤਰ ਕਿਹੜੇ ਕੀਤੇ ਸੀ ਅਸੀਂ? ਆ, ਏ, ਓ। ਤਾਂ ਇੱਥੇ ਜੋ ਸਾਡੇ ਕੋਲ ਲੱਗਿਆ ਹੋਇਆ ਹੈ ਉਹ ਏ ਲੱਗਿਆ ਹੋਇਆ ਹੈ, ਇਹ ਵਿਸਮਿਕ ਨਹੀਂ ਹੈ। ਇੱਥੇ ਨਾ ਹੀ ਹੈ, ਨੀ, ਵੇ ਕੋਈ ਸ਼ਬਦ ਅਸੀਂ ਵਰਤਿਆ ਨਹੀਂ। ਜਿਸੇ ਵਿਸਮਿਕ ਵਰਤਦੇ ਉਹ ਕੁੜੀਏ, ਫਿਰ ਅਸੀਂ ਇੱਥੇ ਵਿਸਮਿਕ ਚਿੰਨ੍ਹ ਲਗਾਉਂਦੇ। ਹੁਣ ਅਸੀਂ ਇੱਥੇ ਵਿਸਮਿਕ ਚਿੰਨ੍ਹ ਲਈ ਨਹੀਂ ਲਗਾਵਾਂਗੇ, ਤਾਂ ਵਿਸ਼ਰਾਮ ਚਿੰਨ੍ਹ ਵੀ ਤੁਸੀਂ ਨਾਲ ਥੋੜ੍ਹੇ ਜਿਹੇ ਦੱਸਦੇ ਰਹਿਣਾ, ਮਤਲਬ ਦੇਖਦੇ ਰਹਿਣਾ। ਕੁੜੀਏ ਕੋਈ ਕੰਮ ਕਰ, ਤਾਂ ਸੰਬੋਧਨੀ ਕਾਰਕ ਇਹ ਸਾਡੇ ਕੋਲ ਹੈ, ਸੀ ਆਪਸ਼ਨ ਸਾਡਾ ਇੱਥੇ ਆਨਸਰ ਆਏਗਾ। ਤਾਂ ਅੱਜ ਦੀ ਕਲਾਸ ਦੇ ਵਿੱਚ ਇੰਨਾ ਹੀ। ਤੁਸੀਂ ਇਹਨਾਂ ਦੀ ਚੰਗੀ ਤਰ੍ਹਾਂ ਪ੍ਰੈਕਟਿਸ ਕਰ ਲੈਣੀ। ਤਾਂ ਮੈਨੂੰ ਉਮੀਦ ਹੈ ਕਿ ਤੁਹਾਨੂੰ ਪੜ੍ਹਨ ਦੇ ਵਿੱਚ ਇਸ ਨੂੰ ਆਨੰਦ ਵੀ ਬਹੁਤ ਆਏਗਾ। ਆਲ ਦ ਬੈਸਟ। ਥੈਂਕ ਯੂ ਸੋ ਮਚ। ਬਹੁਤ ਬਹੁਤ ਸ਼ੁਕਰੀਆ।